ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ ਮੇਰੇ ਪਿਤਾ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਮੇਰੇ ਸਵਰਗੀ ਦਾਤਾ, ਤੇਰਾ ਧੰਨਵਾਦ ਹੋ, ਤੇਰਾ ਧੰਨਵਾਦ ਮੇਰੇ ਪਿਤਾ, ਤੇਰਾ ਧੰਨਵਾਦ। ਅਲਫਾ ਤੇ ਮੇਗਾ, ਤੇਰਾ ਧੰਨਵਾਦ। ਆਦ ਤੇ ਅੰਤ, ਤੇਰਾ ਧੰਨਵਾਦ। ਮੇਰੇ ਜਿੰਦਾ ਪਰਮੇਸ਼ਰ, ਤੇਰਾ ਧੰਨਵਾਦ। ਸਵਰਗੀ ਪਿਤਾ, ਤੇਰਾ ਧੰਨਵਾਦ ਹੋ, ਤੇਰਾ ਧੰਨਵਾਦ ਮੇਰੇ ਪਿਤਾ ਜੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹ ਸਵਰਗੀ ਦਾਤਾ, ਤੇਰਾ ਧੰਨਵਾਦ ਹੋ, ਤੇਰਾ ਧੰਨਵਾਦ ਮੇਰੇ ਪਿਤਾ, ਤੇਰਾ ਧੰਨਵਾਦ। ਪਿਤਾ ਜੀ, ਤੇਰੀ ਹਜ਼ੂਰੀ ਦੇ ਵਿੱਚ ਹਾਲੇਲੂਇਆ, ਤੇਰੀ ਮਹਾਨ ਕਿਰਪਾ ਦੇ ਨਾਲ ਹਾਜ਼ਰ ਹਾਂ ਮੇਰੇ ਪਿਤਾ ਜੀ। ਹੁਕਮ ਕਰੋ ਮੇਰੇ ਪਿਤਾ, ਆਪਣੇ ਦੂਤਾਂ ਨੂੰ, ਮੇਰੇ ਪਰਮੇਸ਼ਰ, ਆਪਣੇ ਸਵਰਗੀ ਐਂਜਲਾਂ ਨੂੰ, ਇਹ ਮੇਰੇ ਪਿਤਾ ਜਿਨ੍ਹਾਂ ਨੇ ਅੱਜ ਦਾ ਗੀਤ ਦਿੱਤਾ, ਇਸ ਗੀਤ ਵਿੱਚ ਮੇਰੇ ਪਰਮੇਸ਼ਰ ਜੀ, ਹਾਲੇਲੂਇਆ, ਹਾਲੇਲੂਇਆ, ਜਿਹੜੇ ਸਨੇਹੇ ਦਿੱਤੇ ਆ ਮੇਰੇ ਪਿਤਾ, ਤੇਰਾ ਸ਼ੁਕਰ ਕਰਦੇ ਆ, ਤੇਰਾ ਲੱਖ ਲੱਖ ਕਰੋੜ ਕਰੋੜ ਸ਼ੁਕਰ ਕਰਦੇ ਪਿਤਾ। ਰੋਮ ਰੋਮ ਨੂੰ ਕਰੋੜਾਂ ਜੀਬਾਂ ਲਾ ਦੇ, ਤੇਰਾ ਧੰਨਵਾਦ ਕਰਦੇ, ਨਾ ਥੱਕੀਏ ਤੇ ਨਾ ਆਕੀਏ ਮੇਰੇ ਪਿਤਾ। ਤੇਰਾ ਸ਼ੁਕਰ ਕਰਦੇ, ਤੇਰਾ ਲੱਖ ਲੱਖ ਸ਼ੁਕਰ ਕਰਦੇ ਆ। ਅੱਜ ਦਾ ਨਵਾਂ ਗੀਤ ਜਿਹੜਾ ਮੇਰੇ ਪਰਮੇਸ਼ਰ ਜੀ ਤੁਸੀਂ ਮੇਰੇ ਮੂੰਹ ਵਿੱਚ ਪਾਇਆ, ਇਸ ਸਰੀਰ ਦੇ ਮੰਦਰ ਵਿੱਚ ਪਾਇਆ ਮੇਰੇ ਪਿਤਾ, ਦੇ ਬੇਨਤੀ ਕਰਦੇ ਆ ਮੇਰੇ ਪਿਤਾ, ਆਪਣੇ ਸਵਰਗੀ ਦੂਤਾਂ ਨੂੰ ਭੇਜੋ, ਆਪਣੇ ਸਵਰਗੀ ਦੂਤਾਂ ਦੇ ਚਾਰ ਚਫੇਰੇ ਪਹਿਰੇ ਲਾ ਦਿਓ। ਤੇਰੇ ਸਵਰਗੀ ਦੂਤ ਪਰਮੇਸ਼ਰ ਜੀ ਇਸ ਗੀਤ ਨੂੰ ਪਿਆਰ ਨਾਲ ਗਾਉਣ, ਸ਼ਰਧਾ ਨਾਲ ਗਾਉਣ ਮੇਰੇ ਪਰਮੇਸ਼ਰ, ਨਿਸ਼ਚਾ ਦੇ ਨਾਲ ਗਾਉਣ। ਦਾਤਾ ਬੇਨਤੀ ਆ ਤੇਰੇ ਅੱਗੇ, ਬੇਨਤੀ ਆ ਮੇਰੇ ਪਰਮੇਸ਼ਰ, ਤੁਸੀਂ ਬੇਨਤੀਆਂ ਨੂੰ ਸਵੀਕਾਰ ਕੀਤਾ ਆ। ਮੈਂ ਧੰਨਵਾਦ ਕਰਦੀ ਪਿਤਾ, ਮੇਰੇ ਹੱਥਾਂ ਦਾ ਉਠਾਉਣਾ ਤੇਰੇ ਬਚਨ 'ਚ ਲਿਖਿਆ 141 ਜ਼ਬੂਰਾਂ ਦੇ ਵਿੱਚ ਪਿਤਾ, ਮੇਰੀ ਪੁਕਾਰ ਨੂੰ ਸੁਣ, ਮੇਰੀ ਪੁਕਾਰ ਉੱਤੇ ਕੰਨ ਨੂੰ ਆਪਣੇ ਨੂੰ ਝੁਕਾ। ਮੇਰੇ ਹੱਥਾਂ ਦਾ ਉਠਾਉਣਾ ਸਾਂਝ ਦੀ ਸਵੇਰ ਵਰਗਾ ਹੋਵੇ, ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰ ਜਾਵੇ ਪਿਤਾ। ਮੂੰਹ ਦੇ ਉੱਤੇ ਮੇਰੇ ਰਾਖਾ ਰੱਖੀ, ਬੁੱਲਾਂ ਦੇ ਦਰ ਤੇ ਪਹਿਰੇ ਰੱਖੀ, ਦਿਲ ਨੂੰ ਭੈੜੇ ਪਾਸੇ ਤੋਂ ਮੋੜ ਕੇ ਰੱਖੀ ਪਿਤਾ। ਤੇਰੇ ਦੂਤ, ਸਵਰਗੀ ਦੂਤ ਆ ਕੇ ਪਿਤਾ ਤੇਰੀ ਹਜ਼ੂਰੀ ਦੇ ਵਿੱਚ ਗੀਤ ਗਾਉਣ। ਇਹ ਮੇਰੇ ਪਿਤਾ ਤੇਰਾ ਧੰਨਵਾਦ। ਇਹ ਮੰਦਰ ਆ ਤੇਰਾ ਮੇਰੇ ਪਿਤਾ, ਸਰੀਰ ਜਿਹੜਾ ਇਹ ਤੇਰਾ ਮੰਦਰ ਆ ਮੇਰੇ ਪਿਤਾ, ਇਹਦੇ ਵਿੱਚ ਤੇਰੇ ਦੂਤ, ਤੇਰਾ ਦਿੱਤਾ ਹੋਇਆ ਭਜਨ, ਤੇਰਾ ਦਿੱਤਾ ਹੋਇਆ ਇਸ ਗੀਤ ਨੂੰ ਮੇਰੇ ਪਰਮੇਸ਼ਰ ਪਿਆਰ ਨਾਲ ਗਾਉਣ, ਪ੍ਰੇਮ ਦੇ ਨਾਲ ਗਾਉਣ। ਦਾਤਾ ਕਿਰਪਾ ਕਰੀ, ਮਿਹਰ ਕਰੀ ਇਸ ਮਿੱਟੀ ਦੇ ਆਪਣੇ ਬੱਚੇ ਦੇ ਉੱਤੇ। ਇਹ ਪਿਤਾ, ਇਹ ਪਿਤਾ, ਤੇਰੀ ਬੱਚੀ ਦੀ ਬੇਨਤੀ ਆ, ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ ਪਿਤਾ। ਕੋਈ ਗੁਣ ਨਹੀਂ, ਕੋਈ ਗੁਣ ਨਹੀਂ ਪਿਤਾ। ਤੂੰ ਤਰਸ ਕੀਤਾ ਤੇ ਆਪਣੀਆਂ ਰਹਿਮਤਾਂ ਦੀਆਂ ਸਵਰਗਾਂ ਦੀਆਂ ਖਿੜਕੀਆਂ ਖੋਲ ਦਿੱਤੀਆਂ ਆ। ਹੇ ਮੇਰੇ ਪਿਤਾ, ਤੂੰ ਤਰਸ ਕੀਤਾ, ਕੋਈ ਗੁਣ ਨਹੀਂ ਪੱਲੇ 'ਚ ਸੀਗਾ, ਤੂੰ ਸਵਰਗਾਂ ਦੀਆਂ ਖਿੜਕੀਆਂ, ਸਵਰਗ ਖੋਲ ਦਿੱਤੇ। ਉਹ ਮੇਰੇ ਦਾਤਾ, ਤੇਰਾ ਲੱਖ ਲੱਖ ਧੰਨਵਾਦ ਹੋ, ਤੇਰਾ ਲੱਖ ਲੱਖ ਧੰਨਵਾਦ ਆ ਮੇਰੇ ਪਿਤਾ ਜੀ। ਦਇਆ ਕਰੋ, ਇਸ ਗੀਤ 'ਤੇ ਰਹਿਮਤ ਕਰੋ। ਹਾਲੇਲੂਇਆ, ਗੀਤ ਤੇਰੇ ਦੂਤ ਗਾਉਣ ਪਿਤਾ, ਤੇਰੇ ਦੂਤ ਗਾਉਣ। ਹਾਲੇਲੂਇਆ, ਧੰਨਵਾਦ ਹੋ, ਧੰਨਵਾਦ ਪਿਤਾ, ਤੇਰਾ ਧੰਨਵਾਦ। ਇਹ ਤੇ ਪਿਤਾ ਮਿੱਟੀ ਦਾ ਖਿਡੌਣਾ, ਤੇਰਾ ਬੱਚਾ, ਇੱਕ ਸਾਹ ਦਾ ਪ੍ਰਾਹੁਣਾ, ਇਹ ਤੇਰਾ ਬੱਚਾ। ਤੁਸੀਂ ਦਇਆ ਕੀਤੀ ਆ ਮੇਰੇ ਪਰਮੇਸ਼ਰ, ਅੱਜ ਦਾ ਦਿਨ ਹੋਰ ਦਿੱਤਾ ਗਾਉਣ ਲਈ ਵੀ ਮੇਰੇ ਪਰਮੇਸ਼ਰ, ਇਸ ਗੀਤ ਲਈ ਵੀ, ਇਸ ਸਮੇਂ ਲਈ ਵੀ, ਇਸ ਮੌਕੇ ਲਈ ਵੀ ਤੇਰਾ ਧੰਨਵਾਦ। ਇਹ ਮੇਰੇ ਪਿਤਾ ਤੇਰਾ ਧੰਨਵਾਦ, ਤੇਰਾ ਸ਼ੁਕਰੀਆ। ਉਹ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ, ਤੇਰਾ ਧੰਨਵਾਦ ਕਰਦੇ ਆ। ਬੁੱਲਾਂ 'ਤੇ ਆਓ ਤੇ ਦੂਤਾਂ ਦੇ ਪਹਿਰੇ ਲਾ ਦਿਓ। ਇਹ ਪਿਤਾ ਦੂਤਾਂ ਦੇ ਪਹਿਰੇ, ਦੂਤ ਗਾਉਣ। ਧੰਨਵਾਦ, ਹਾਲੇਲੂਇਆ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਮੇਰੇ ਪਰਮੇਸ਼ਰ। ਤੁਸੀਂ ਕਿਹਾ ਜਿੱਥੇ 2 ਜਾਂ 3 ਮੇਰੀ ਹਜ਼ੂਰੀ 'ਚ ਹਾਜ਼ਰ ਹੋਣ, ਮੈਂ ਉਹਨਾਂ ਦੇ ਵਿੱਚ ਪ੍ਰੇਸ ਹੱਟ ਹਾਜ਼ਰ ਹਾਂ ਪਿਤਾ ਜੀ। ਪਿਤਾ, ਪੁੱਤਰ ਤੇ ਪਵਿੱਤਰ ਆਤਮਾ, ਤੁਸੀਂ ਆਪਣੇ ਘਰ ਦੇ ਵਿੱਚ ਪਿਤਾ ਆਪਣੇ ਪਲੰਗ 'ਤੇ ਬਿਰਾਜਮਾਨ ਹੋਵੋ ਤੇ ਦੂਤਾਂ ਨੂੰ ਆਗਿਆ ਕਰੋ ਇਸ ਗੀਤ ਨੂੰ ਗਾਉਣ। ਯਿਸੂ ਨਾਸਰੀ ਦੇ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਧੰਨਵਾਦ ਕਰਦੇ ਹਾਂ। ਪਿਤਾ ਯਿਸੂ ਨਾਸਰੀ ਸਾਡਾ ਮੁਕਤੀਦਾਤਾ, ਸਾਡਾ ਜੀਵਨ ਦਾਤਾ, ਸਾਡਾ ਉਧਾਰ ਕਰਤਾ, ਤੇ ਅਸੀਂ ਯਿਸੂ ਨਾਸਰੀ ਦੇ ਨਾਂ 'ਚ ਮੰਗਦੇ ਹਾਂ ਔਰ ਫਲ ਪਾਉਣ। ਆਮੀਨ, ਆਮੀਨ, ਹਾਲੇਲੂਇਆ। ਪਿਆਰੇ ਸਰੋਤਿਓ, ਪਿਆਰਿਓ, ਪ੍ਰਭੂ ਦਿਓ ਰੂਹੋ, ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ। ਇਹ ਇੱਕ ਦਿਨ ਪਹਿਲਾਂ ਵੀ ਗੀਤ ਗਾਇਆ ਸੀਗਾ ਤੇ ਪਰਮੇਸ਼ਰ ਨੇ ਇਸੇ ਗੀਤ ਦੇ ਵਿੱਚ ਹੋਰ ਲਾਈਨਾਂ
ਬਹੁਤ ਹੀ ਪ੍ਰੇਮ ਵਾਲੀਆਂ ਦਿੱਤੀਆਂ ਆ, ਕੁਛ ਹੋਰ ਲਾਈਨਾਂ ਦਿੱਤੀਆਂ ਆ। ਤੇ ਅੱਜ ਆਪਾਂ ਬੜੇ ਹੀ ਆਨੰਦ ਦੇ ਨਾਲ ਆਪਾਂ ਇਸੇ ਨੂੰ ਦੁਬਾਰਾ ਫਿਰ, ਕਿਉਂਕਿ ਇਹ ਗੀਤ ਨਹੀਂ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਪ੍ਰਭੂ ਦੀ ਅਰਦਾਸ ਆ, ਪ੍ਰਭੂ ਦੇ ਅੱਗੇ ਅਰਦਾਸ ਆ, ਇੱਕ ਅਰਦਾਸ ਆ, ਬੇਨਤੀਆਂ ਆ ਕਿ ਸੱਚੀ ਮੁੱਚੀ ਜਿੱਥੇ ਸਾਡੇ ਪ੍ਰਭੂ ਦਾ ਡੇਰਾ ਲੱਗ ਗਿਆ ਉੱਥੇ ਕੋਈ ਰੋਗ ਨਹੀਂ ਰਹਿ ਸਕਦਾ, ਉੱਥੇ ਚਿੰਤਾ ਨਹੀਂ ਰਹਿ ਸਕਦੀ, ਉੱਥੇ ਫਿਕਰ ਨਹੀਂ ਰਹਿ ਸਕਦਾ, ਉੱਥੇ ਪਰਮੇਸ਼ਰ ਦੇ ਪ੍ਰੇਮ ਦੇ ਫੁੱਲ ਖਿੜਨਗੇ, ਆਨੰਦ ਦੇ, ਨਿਸ਼ਚਿੰਤਾ ਦੇ, ਸ਼ਾਂਤੀ ਦੇ, ਅਕਲ ਦੇ, ਮਤ ਦੇ, ਬੁੱਧ ਦੇ, ਖੁਸ਼ੀ ਦੇ ਫੁੱਲ ਖਿੜਨਗੇ। ਬਾਗਾਂ ਵਿੱਚ ਖੁਸ਼ਬੂ ਹੀ ਖੁਸ਼ਬੂ, ਇਹ ਸਰੀਰ ਰੂਪੀ ਬਾਗ ਦੇ ਵਿੱਚ ਖੁਸ਼ਬੂ ਹੀ ਖੁਸ਼ਬੂ ਫੁੱਲਾਂ ਦੀ ਆਊਗੀ, ਫਰੂਟ ਦੀ ਆਊਗੀ। ਤਾਂ ਇਹ ਪਰਮੇਸ਼ਰ ਨੇ ਇੱਕ ਆਪਾਂ ਦੁਬਾਰਾ ਵੀ ਵਾਰ-ਵਾਰ ਇਹਨੂੰ ਗਾਈ ਜਾਈਏ, ਜਿੰਨਾ ਗਾਵਾਂਗੇ ਓਨਾ ਹੀ ਫਲ ਸਾਨੂੰ ਮਿਲੂਗਾ। ਇਹ ਨਹੀਂ ਸੋਚਣਾ ਕਿ ਇਹ ਪਹਿਲਾਂ ਵੀ ਕੁਛ ਆਇਤਾਂ ਗਾਈਆਂ ਆ, ਪਰ ਪਰਮੇਸ਼ਰ ਨੇ ਇਹਨੂੰ ਲੰਮਾ ਬਣਾਇਆ, ਪਰਮੇਸ਼ਰ ਨੇ ਇਹਨੂੰ ਬਹੁਤ ਹੋਰ ਲੰਬਾ ਕੀਤਾ, ਔਰ ਬਹੁਤ ਬਰਾਗੀ ਤੇ ਬਹੁਤ ਹੀ ਪਿਆਰ ਵਾਲਾ, ਬਹੁਤ ਹੀ ਭਿੱਜੇ ਹੋਏ ਦੂਤਾਂ ਨੇ ਅੱਜ ਗਾਉਣਾ ਆ, ਪ੍ਰੇਮ 'ਚ ਭਿੱਜੇ ਹੋਏ ਦੂਤਾਂ ਨੇ ਅੱਜ ਇਹਨੂੰ ਗਾਉਣਾ ਆ। ਤੇ ਪਿਆਰਿਓ ਪਰਮੇਸ਼ਰ ਦਿਓ ਰੂਹੋ ਕਲੀਸਿਆ ਜੀ, ਸੰਗਤ ਜੀ, ਇਸੇ ਹੀ ਪ੍ਰੇਮ ਦੇ ਨਾਲ ਆਪਣੀ ਝੋਲੀ ਵਿੱਚ ਇਹਨੂੰ ਪਾ ਲਓ, ਆਪਣੇ ਮੂੰਹ 'ਚ ਪਾ ਲਓ। ਪਰਮੇਸ਼ਰ ਕਹਿੰਦਾ, ਪਰਮੇਸ਼ਰ ਦਾ ਬਚਨ ਹੈ, ਮੈਂ ਆਪਣੇ ਬਚਨ ਤੁਹਾਡੇ ਮੂੰਹ ਦੇ ਵਿੱਚ ਪਾਏ, ਆਪਣੀ ਗਲਵੱਕੜੀ ਵਿੱਚ ਤੁਹਾਨੂੰ ਮੈਂ ਲੈ ਲਿਆ। ਬਾਈਬਲ ਵਿੱਚ ਲਿਖਿਆ ਪਰਮੇਸ਼ਰ ਨੇ, ਉਹ ਮੇਰਾ ਪਰਮੇਸ਼ਰ। 51 ਯਸ਼ਾਇਆ ਦੇ ਵਿੱਚ 16 ਤੇ 17 ਆਇਤ ਵਿੱਚ ਮੇਰਾ ਪਰਮੇਸ਼ਰ ਕਹਿੰਦਾ, ਮੈਂ ਉਹ ਆ ਜਿਹਨੇ ਸਮੁੰਦਰਾਂ ਨੂੰ ਬਣਾਇਆ ਤੇ ਉੱਤੇ ਲਹਿਰਾਂ ਗਰਜਦੀਆਂ ਆ। ਮੈਂ ਉਹ ਆ ਜਿਹਨੇ ਸਮੁੰਦਰਾਂ ਨੂੰ, ਮੇਰਾ ਪਰਮੇਸ਼ਰ ਉਹ ਆ ਜਿਹਨੇ ਸਮੁੰਦਰਾਂ ਨੂੰ ਬਣਾਇਆ ਤੇ ਲਹਿਰਾਂ ਉੱਤੇ ਗਰਜਦੀਆਂ। ਸੈਨਾ ਦਾ ਜਵੋਹਾ ਉਹਦਾ ਨਾਮ ਹੈ। ਆਪਾਂ ਜਦੋਂ ਕਿਸੇ ਨੂੰ ਅਲਾਂਭਾ ਦਿੰਦੇ, ਲੜਾਈ ਕਰਦੇ, ਤੇ ਜਦੋਂ ਉਂਗਲ ਕਰਦੇ ਤੇ 3 ਆਪਣੇ ਆਪ ਨੂੰ ਜਾਂਦੀਆਂ, ਪਰ ਜਦੋਂ ਆਪਾਂ ਪ੍ਰਭੂ ਦੇ ਪ੍ਰੇਮ ਦੀ ਗੱਲ ਕਰਦੇ ਹਾਂ, 1 ਉਂਗਲ ਦੂਜਿਆਂ ਨੂੰ ਪ੍ਰੇਮ ਦੀ ਤੇ 3 ਉਂਗਲਾਂ ਪ੍ਰੇਮ ਦੀਆਂ ਤੁਹਾਡੀ ਵੱਲ ਨੂੰ ਆਉਂਦੀਆਂ। 3 ਡਬਲ ਛਾਂਦੇ ਜਿਆਦੇ ਮਿਲਦੇ ਆ। ਤੇ ਜਦੋਂ ਕਿਸੇ ਨਾਲ ਲੜਦੇ ਆ, ਏਦਾਂ ਉਂਗਲ ਮਾਰ ਕੇ, ਤਾਨਾ ਦੇ ਕੇ, ਤੇ 3 ਜਦੋਂ ਤੁਹਾਡੀ ਵੱਲ ਆਉਂਦੀਆਂ ਤੇ 1 ਗਾਲ ਕੱਢਦੇ ਤੇ 3 ਗਾਲਾਂ ਤੁਹਾਨੂੰ ਤੇ ਸਾਨੂੰ ਲੱਗਦੀਆਂ। ਇਹ ਯਾਦ ਰੱਖਿਓ। 1 ਗਾਲ ਕੱਢੀ ਐਉਂ ਕਰਕੇ, 1 ਵਾਰੀ ਬੁਰਾ ਲਫ਼ਜ਼ ਬੋਲਿਆ ਐਉਂ ਕਰਕੇ, ਤੇ 3 ਬੁਰਾਈਆਂ ਇਕੱਠੀਆਂ ਹੋ ਕੇ ਤੁਹਾਨੂੰ ਚਿੰਬੜ ਜਾਣੀਆਂ ਹੀ ਹੋ। ਇਹਨਾਂ ਤੋਂ ਛੁੱਟਣ ਨੂੰ ਕੋਈ ਰਾਹ ਨਹੀਂ ਹੋ। ਫਿਰ ਬਚ ਕੇ, ਪਰਮੇਸ਼ਰ ਕਹਿੰਦਾ ਬੋਲ, ਜ਼ਬਾਨ ਦਿੱਤੀ ਆ ਤੈਨੂੰ, ਪਰ ਇਹ ਬਹੁਤ ਬੋਲਣ ਦੇ ਲਈ ਇਹਨੂੰ ਕੰਟਰੋਲ ਵਿੱਚ ਲਿਆ ਕਿ ਇਹਦੇ ਤੋਂ ਤੂੰ ਕੀ ਬੋਲਦਾ ਆ। ਤੇਰੇ ਬੋਲਣ 'ਚ ਸਾਰਾ ਕੁਝ ਰੱਖ ਦਿੱਤਾ। ਤਾਂ ਇੱਥੇ ਪਰਮੇਸ਼ਰ ਜੀ 51 ਯਸ਼ਾਇਆ 15-16 ਆਇਤ ਵਿੱਚ ਕਹਿੰਦੇ ਆ, 16 ਜਾਂ 17 ਆਇਤ ਵਿੱਚ ਕਹਿੰਦੇ ਆ, 15-16-17 ਵਿੱਚ, ਪਰਮੇਸ਼ਰ ਮੇਰਾ ਪਰਮੇਸ਼ਰ ਉਹ ਆ ਜਿਹਨੇ, ਪਰਮੇਸ਼ਰ ਕਹਿੰਦਾ ਮੈਂ ਸਮੁੰਦਰਾਂ ਨੂੰ ਬਣਾਇਆ, ਉੱਤੇ ਲਹਿਰਾਂ ਗਰਜਾਂ ਪਾਉਂਦੀਆਂ ਆ। ਅਸੀਂ ਉਹਦੀਆਂ ਲਹਿਰਾਂ ਆ ਤੇ ਆਪਾਂ ਗੀਤ ਦੇ ਵਿੱਚ ਗੱਜਣਾ ਆ। ਹੁਣ ਆਪਾਂ ਉਹਦੀਆਂ ਲਹਿਰਾਂ ਆ ਤੇ ਆਪਾਂ ਗੱਜਣਾ ਆ। ਮੇਰਾ ਪਰਮੇਸ਼ਰ ਉਹ ਆ ਜਿਹਦੀਆਂ ਲਹਿਰਾਂ ਗਰਜਦੀਆਂ, ਸਮੁੰਦਰ ਬਣਾਉਣ ਵਾਲੇ ਦੀਆਂ ਸੈਨਾ ਦਾ ਜੋ ਆ ਉਹਦਾ ਨਾਮ ਹੈ। ਤੇ ਉਹ ਕਹਿੰਦਾ ਮੈਂ ਆਪਣੇ ਬਚਨਾਂ ਨੂੰ ਤੁਹਾਡੇ ਮੂੰਹ ਵਿੱਚ ਪਾਇਆ, ਤੁਹਾਡੇ ਸਾਰਿਆਂ ਦੇ ਸਰੋਤਿਓ ਔਰ ਬਖਤੇ ਦੇ ਵੀ ਮੂੰਹ ਵਿੱਚ ਪਾਇਆ। 1 ਉਂਗਲ ਨਾਲ ਕਿਹਾ ਨਾ, ਤੁਹਾਡੇ ਮੂੰਹ ਵਿੱਚ ਪਾਇਆ, 3 ਵਾਰੀ ਮੇਰੇ ਵਿੱਚ ਵੀ ਪੈ ਗਿਆ। ਕਿੰਨਾ ਸਸਤਾ ਸੌਦਾ ਆ, ਜਿਹਦਾ ਅੰਤ ਕੋਈ ਨਹੀਂ, ਅੰਤ ਹੀ ਕੋਈ ਨਹੀਂ। ਇੱਕ ਕਰਮ ਕੀਤਾ ਤੇ 3 ਕਰਮ ਚੰਗੇ ਮਿਲ ਗਏ, 1 ਕਰਮ ਫਿਰ ਬੁਰਾ ਕੀਤਾ ਤੇ 3 ਮਾੜੇ ਮਿਲ ਗਏ। ਵੀ ਬਚਣਾ ਆ। ਇਹ ਸ਼ੈਤਾਨ ਨੇ ਜ਼ਬਰਦਸਤ ਇਉਂ ਮਿਹਣੇ ਮਾਰਨ ਨੂੰ, ਗਾਲਾਂ ਕੱਢਣ ਨੂੰ, ਬੁਰਾ ਕਹਿਣ ਨੂੰ, ਚਿੱਕੜ ਸੁੱਟਣ ਨੂੰ, ਆਹ ਜਿਹੜੀ ਕੀਤੀ ਆ, ਉਸੇ ਤਰ੍ਹਾਂ ਹੀ ਇਹ ਸਾਨੂੰ ਤੇ ਤੁਹਾਨੂੰ
ਬੁਰਾ ਬੋਲਣ ਵਾਲਿਆਂ ਨੂੰ ਵੀ ਆਉਂਦੀਆਂ ਆ, ਬੁਰੇ ਤਰ੍ਹਾਂ ਜਕੜਦੀਆਂ ਆ। ਹਾਏ ਹਾਏ ਕਰਦਾ ਬੰਦਾ, ਕਦੀ ਕੋਈ ਬਿਮਾਰੀ, ਕਦੀ ਕੋਈ ਚਿੰਤਾ, ਕਦੀ ਕੋਈ ਘਬਰਾਹਟ, ਕਦੀ ਕੋਈ ਦੁੱਖ ਤੇ ਕਦੀ ਕੋਈ ਦੁੱਖ। ਪਰ ਜਦੋਂ ਐਉਂ ਪਰਮੇਸ਼ਰ ਦੀ ਗੱਲ ਕਰਦੇ ਆ ਨਾ, ਸਰਬੱਤ ਦਾ ਭਲਾ ਮੰਗਣ ਦੀ, ਸਾਰਿਆਂ ਨੂੰ ਖੁਸ਼ਖਬਰੀ ਵੰਡਣ ਦੀ, ਸੱਚਾਈ ਵੰਡਣ ਦੀ, ਤੇ 3-3 ਛਾਂ ਦੇ ਐਕਸਰਾ ਮਿਲਦੇ ਆ। ਲੁੱਟ ਲੋ, ਲੁੱਟ ਪਈ ਲੁੱਟਣਾ। ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜਬ ਪ੍ਰਾਨ ਜਾਏਗੇ ਛੂਟ। ਫਿਰ ਪਛਤਾਵੇਂਗਾ, ਕੁਛ ਨਹੀਂ ਮਿਲਣਾ ਫੇਰ। ਹੁਣ ਲੁੱਟ ਪਈ ਹੋਈ, ਲੁੱਟ ਸੱਚੇ ਨਾਮ ਦੀ, ਪ੍ਰਭੂ ਦੇ ਨਾਮ ਦੀ ਲੁੱਟ ਪਈ ਆ। ਮੁਫਤ 'ਚ ਮਿਲਦਾ ਇਸ ਲਈ ਮੁਫਤ 'ਚ। ਇਹ ਜਦੋਂ ਟਾਈਮ ਲੰਘ ਗਿਆ ਤੇ ਫਿਰ ਕਿਸੇ ਸੂਰਤ ਤੈਨੂੰ ਮੁਫਤ ਛੱਡ ਕੇ ਕਾਸੇ ਤਰ੍ਹਾਂ ਨਹੀਂ ਮਿਲਣਾ। ਫਿਰ ਰੋਣਾ ਤੇ ਕਚੀਚੀਆਂ ਵੱਟਣਾ ਪੱਲੇ 'ਚ ਪੈ ਜਾਊਗਾ। ਬਚ ਜਾ। ਤੋ ਫਿਰ ਪਰਮੇਸ਼ਰ ਕਹਿੰਦਾ, ਮੈਂ ਸਮੁੰਦਰ ਨੂੰ ਬਣਾਉਣ ਵਾਲਾ, ਲਹਿਰਾਂ ਉੱਤੇ ਗਰਜਦੀਆਂ ਆਪਾਂ ਉਹਦੀਆਂ ਲਹਿਰਾਂ ਆ, ਆਪਾਂ ਗਰਜਣਾ ਆ ਸਮੁੰਦਰ ਦੇ ਉੱਤੇ। ਲਹਿਰਾਂ ਆ, ਲਹਿਰਾਂ ਪਰਮੇਸ਼ਰ ਦੀਆਂ। ਸੈਨਾ ਦਾ ਜੋਹਾ ਉਹਦਾ ਨਾਮ ਹੈ, ਅਲਫਾ ਤੇ ਮੇਗਾ, ਆਦ ਤੇ ਅੰਤ। ਫਿਰ ਪਰਮੇਸ਼ਰ ਕਹਿੰਦਾ, ਮੈਂ ਆਪਣੇ ਬਚਨਾਂ ਨੂੰ ਤੁਹਾਡੇ ਮੂੰਹ ਦੇ ਵਿੱਚ ਪਾਇਆ। ਤੁਸੀਂ ਆਪਣਾ ਨਾਂ ਲੈ ਸਕਦੇ ਆ, ਮੈਂ ਆਪਣਾ ਨਾਂ ਲੈ ਸਕਦੀ ਹਾਂ, ਤੁਸੀਂ ਆਪਣਾ ਨਾਂ ਇੱਥੇ ਲੈ ਸਕਦੇ ਆ। ਆਪਣੇ ਬੱਚਿਆਂ ਦਾ ਆਪਣਾ ਸਾਡੇ ਮੂੰਹ ਵਿੱਚ ਪਾਇਆ, ਮੇਰੇ ਬੱਚਿਆਂ ਦੇ ਮੂੰਹ 'ਚ ਪਾਇਆ। ਪ੍ਰੇਮੀ ਜਨੋ ਸਰੋਤਿਓ, ਤੁਹਾਡੇ ਮੂੰਹ ਵਿੱਚ ਪਾਇਆ, ਤੁਹਾਡੇ ਬੱਚਿਆਂ ਦੇ ਮੂੰਹ ਵਿੱਚ। ਜਿਹੜਾ ਸੁਣੇ ਉਹਦੇ ਹੀ ਮੂੰਹ 'ਚ, ਜਿਹੜਾ ਸੁਣੇ ਉਹਦੇ ਹੀ ਮੂੰਹ 'ਚ ਪਰਮੇਸ਼ਰ ਨੇ ਆਪਣਾ ਬਚਨ ਪਾਤਾ। ਜਿਹੜਾ ਸੁਣੇ ਪਰਮੇਸ਼ਰ ਨੇ ਉਹਨੂੰ ਹੀ ਅਗਲੇ ਬਚਨ ਵਿੱਚ ਕਹਿੰਦੇ, ਮੈਂ ਆਪਣੀ ਸੱਜੇ ਹੱਥ ਦੀ ਛਾਇਆ ਨਾਲ ਕੁੱਟ ਕੇ ਆਪਣੀ ਉਹਨੂੰ ਗਲਵਕੜੀ ਦੇ ਵਿੱਚ ਲੈ ਲਿਆ ਤੇ ਕਿਹਾ, ਜਾਗ 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 ਜਾਗ। ਜਾਗ ਕੇ ਪਰਮੇਸ਼ਰ ਦਾ ਨਾਮ ਜਪ ਲਾ, ਨਾਮ ਜਪ ਲਾ। ਤੇ ਫਿਰ 52 ਜਸ਼ਾਇਆ ਵਿੱਚ ਕਿਹਾ, ਸਿਓਨ ਜਾਗ, ਸਿਓਨ ਜਾਗ ਜਾਗ ਜਾਗ, ਆਪਣਾ ਨਵਾਂ ਬਲ ਪਹਿਨ ਲਾ। ਜਰੂਸ਼ਲਮ ਸ਼ਹਿਰ ਜਾਗ, ਆਪਣੇ ਨਵੇਂ ਬਸਤਰ ਪਹਿਨ ਲਾ। ਜਾਗ ਜਾਗ ਜਾਗ, ਹਾਲੇਲੂਇਆ। ਆਪਣੇ ਨਵੇਂ ਬਸਤਰ ਪਹਿਨ ਲਾ। ਤੇ ਫਿਰ ਸੁਣਤੀ ਗੰਦੀ ਰੂਹ ਭੈੜੀ, ਜਿਹੜੀ ਤੇਰੇ ਘਰ 'ਚ ਲੜਾਈਆਂ, ਤੇਰੇ ਘਰ 'ਚ ਫਸਾਦ ਪਾਉਂਦੀ ਆ, ਜਾਦੂ ਟੂਣੇ ਲਿਆਉਂਦੀ ਆ, ਬੇਬਤਾਵਾਂ ਲਿਆਉਂਦੀ ਆ, ਝਗੜੇ ਲਿਆਉਂਦੀ ਆ, ਬਿਮਾਰੀਆਂ ਲਿਆਉਂਦੀ ਆ, ਕਲਾ ਕਲੇਸ਼ ਲਿਆਉਂਦੀ ਤੇਰੇ ਘਰ ਦੇ ਵਿੱਚ, ਜਾਗ। ਤੇ ਫਿਰ ਕੋਈ ਵੀ ਬਲਾਮਤ ਤੇਰੇ ਨੇੜੇ, ਸੋਹਣੇ ਬਸਤਰ ਪਹਿਨ ਪਰਮੇਸ਼ਰ ਦੇ, ਫਿਰ ਤੇਰੇ ਨੇੜੇ ਕੋਈ ਵੀ ਬਲਾਮਤ ਨਹੀਂ ਆ ਸਕੂਗੀ। ਜਿਹੜੇ ਅਫਸੀਆ 6 ਦੇ ਵਿੱਚ ਮੇਰੇ ਪਰਮੇਸ਼ਰ ਨੇ ਸਾਨੂੰ ਸਾਰੇ ਸ਼ਸਤਰ ਤੇ ਬਸਤਰ ਧਾਰਨ ਕਰਵਾਏ ਆ, ਉਹ ਤੁਸੀਂ ਪੜ੍ਹ ਲੈਣੇ। ਦੱਸਿਆ ਅੱਗੇ ਵੀ, ਆਪਾਂ ਗੱਲਬਾਤ ਕਈ ਵਾਰੀ ਕੀਤੀ ਆ। ਸ਼ਸਤਰ ਤੇ ਬਸਤਰ ਆਪਾਂ ਪਹਿਨ ਲਏ ਆ, ਕਹਿਆ ਤੇ ਪਹਿਨ ਲਏ। ਪ੍ਰਭੂ ਉਸੇ ਵੇਲੇ ਹੀ ਸਾਡੇ ਓਵਰ ਕਰ ਦਿੰਦਾ ਆ। ਯਾਦ ਕਰਨ ਦੀ ਦੇਰੀ ਆ, ਬਸ ਯਾਦ, ਯਾਦਾਂ ਵਿੱਚ ਆਉਣ ਦੀ ਦੇਰੀ ਆ। ਅਫਸੀਆ 6 ਦੇ ਵਿੱਚ ਲਿਖਿਆ, ਤੁਸੀਂ ਜ਼ਰੂਰ ਪੜ੍ਹਨਾ, ਜ਼ਰੂਰ। ਉਹ ਸ਼ਸਤਰ ਬਸਤਰ ਧਾਰਨ ਆਪਣੇ ਆਪਣੇ ਬੱਚਿਆਂ ਦੇ, ਆਪਣੇ ਪਰਿਵਾਰ ਦੇ ਧਾਰਨ ਕਰਕੇ ਰੱਖਣੇ। ਤਾਂ ਪਰਮੇਸ਼ਰ ਕਹਿੰਦਾ ਇੱਥੇ ਜਸ਼ਾਇਆ 52 ਵਿੱਚ, ਫਿਰ ਯਰੂਸ਼ਲਮ ਸ਼ਹਿਰ ਆਪਣਾ ਨਵੇਂ ਬਸਤਰ ਪਹਿਨ ਲਾ। ਫਿਰ ਅਸੁੰਤੀ ਭਾਵ ਕੇ ਕੋਈ ਭੈੜੀ ਰੂਹ, ਬਦ ਰੂਹ, ਭੂਤ ਪ੍ਰੇਤ, ਕਲਾ ਕਲੇਸ਼, ਤੁਹਾਡਾ ਕੀਤੀ ਕਰਾਈ ਮਿਹਨਤ ਨੂੰ ਖੋਹਣ ਵਾਲੀ ਗੰਦੀ ਆਤਮਾ, ਝਗੜਿਆਂ ਵਾਲੀ, ਬਿਮਾਰੀਆਂ ਵਾਲੀ, ਪਰੇਸ਼ਾਨੀ ਵਾਲੀ, ਬੇਇੱਜ਼ਤੀ ਵਾਲੀ, ਕੋਈ ਤੁਹਾਡੇ ਨੇੜੇ ਨਾ ਟੁੱਕ ਸਕੂਗੀ। ਆਮੀਨ, ਆਮੀਨ। ਤੋ ਜਿਹੜੇ ਸਰੋਤੇ ਨੂੰ ਪਿਆਰ ਨਾਲ ਸੁਣਨ, ਸੱਚੀ ਮੁੱਚੀ ਕੋਈ ਵੀ ਬਦਰੂ ਕਿਸੇ ਦੇ ਨੇੜੇ ਨਾ ਆ ਸਕੇ। ਜਿਹੜੀ ਘਰ 'ਚ ਪੁਆੜੇ ਪਾਵੇ, ਜਿਹੜੀ ਘਰ 'ਚ ਬਲਾਮਤ, ਉੱਦਾਂ ਦੀ ਕੋਈ ਨੇੜੇ ਨਾ ਕਿਸੇ ਦੇ ਆ ਸਕੇ। ਜਿਹੜਾ ਵੀ ਇਹਨਾਂ ਬਚਨਾਂ ਨੂੰ ਮੰਨੇ ਤੇ ਸੁਣੇ, ਅਮਲ ਵਿੱਚ ਲਿਆਵੇ। ਐਵੇਂ ਨਹੀਂ ਕਿ ਦਿਲ ਕਿਧਰੇ ਜ਼ੁਬਾਨ ਕਿਧਰੇ, ਏਦਾਂ ਨਾ ਹੋਵੇ। ਦਿਲ ਜ਼ੁਬਾਨ ਅੱਖਾਂ ਲੱਗ ਜਾਣ। ਫਿਰ ਪਰਮੇਸ਼ਰ ਕਹਿੰਦਾ, ਆਪਣੇ ਉਤੋਂ ਧੂੜ ਨੂੰ ਝਾੜ ਸੁੱਟ।
ਪਾਪਾਂ ਦੀ, ਕ੍ਰੋਧ ਦੀ, ਹੰਕਾਰ ਦੀ, ਵੈਰ ਦੀ, ਵਿਰੋਧ ਦੀ, ਤ੍ਰਿਸ਼ਨਾ ਦੀ, ਚੋਰੀ ਦੀ, ਯਾਰੀ ਦੀ, ਵਕੀਲੀ ਦੀ, ਝਾੜ ਦੇ ਧੂੜ, ਝਾੜ ਦੇ ਹੰਕਾਰ ਦੀ, ਨਫ਼ਰਤ ਦੀ ਧੂੜ ਨੂੰ ਝਾੜ ਸੁੱਟ। ਆਪਣੀ ਗਰਦਨ ਦੇ ਉੱਤੋਂ ਆਪਣੇ ਹੱਥਾਂ ਦੇ ਨਾਲ ਸਰੋਤਿਓ ਤੇ ਵਕਤੇ ਨੂੰ ਵੀ ਪਰਮੇਸ਼ਰ ਕਹਿੰਦਾ ਗੰਢਾਂ ਖੋਲ, ਆਪਣੇ ਹੱਥਾਂ ਦੇ ਨਾਲ ਦੁਸ਼ਟ ਦੀ ਪੁਣੇ ਦੀਆਂ ਗੰਢਾਂ ਖੋਲ ਦੇ ਤੇ ਉੱਠ ਜਾਗ ਕੇ ਬੈਠ ਜਾ। ਪਰਮੇਸ਼ਰ ਦਾ ਧਿਆਨ ਕਰ। ਉਹ ਹਾਜ਼ਰ ਆ, ਉਹ ਰੱਥਾਂ ਸਣੇ, ਉਹ ਦੂਤਾਂ ਸਣੇ, ਲੱਖਾਂ ਲੱਖਾਂ ਦੂਤ ਸਾਡੀ ਰਾਖੀ ਲਈ ਉਹ ਘੱਲਦਾ। ਬੇਫਿਕਰ ਹੋ ਜਾਓ ਫਿਰ, ਬੇਫਿਕਰ ਬੇਫਿਕਰ। ਤੋ ਪਰਮੇਸ਼ਰ ਨੇ ਅੱਜ ਗੀਤ ਦਿੱਤਾ, ਉਹਨੂੰ ਵਧਾਇਆ। ਦੂਸਰਾ ਗੀਤ ਜਿਹੜੇ ਥੋੜੇ ਦਿਨ ਸੀ ਗਾਇਆ ਸੀ, ਦੂਸਰੇ ਨੂੰ ਹੁਣ ਆਪਾਂ ਰਲ ਮਿਲ ਕੇ ਇੱਦਾਂ ਗਾਉਣਾ ਆ ਕਿ ਪ੍ਰਭੂ ਦੀ ਬਰਸੇ, ਪ੍ਰਭੂ ਦਾ ਮੀਂਹ ਬਰਸੇ। ਪ੍ਰਭੂ ਦਾ ਮੀਂਹ, ਹਾਂਜੀ, ਮੀਂਹ ਬਾਰਿਸ਼ ਜਦੋਂ ਹੁੰਦੀ ਆ ਪ੍ਰਭੂ ਦੀ, ਅਨੋਖੀ ਬਾਰਿਸ਼ ਆ ਪ੍ਰਭੂ ਦੀ, ਅਨੋਖੀ ਬਾਰਿਸ਼ ਆ ਪ੍ਰਭੂ ਦੀ, ਅਨੋਖੀ। ਕਿਹੜੀ ਆ ਬਾਰਿਸ਼? ਜਦੋਂ ਅੱਖਾਂ ਚੋਂ ਹੰਝੂ ਜਾਣ, ਲਾਲੀਆਂ ਚਿਹਰੇ ਤੇ ਹੋਣ, ਤੇ ਉਹਨੂੰ ਕਿਹਾ ਪਰਮੇਸ਼ਰ ਨੇ ਬਾਰਿਸ਼। ਗਾਉਣ ਨਾਲ ਉਹੀ ਨਹੀਂ ਕੋਈ ਗਾਵੇ, ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ, ਜੇ ਨਾ ਅੰਤਰ ਕਪਟ ਵਕਾਰ ਹੈ ਤੇ ਨਾ ਰੋਈ ਕਿਆ ਕੀਜੇ। ਉਹ ਗਾਉਂਦੇ ਆਪਣੇ ਕੰਮਾਂ ਲਈ, ਆਪਣੇ ਮਤਬਰ ਲਈ, ਆਪਣੀ ਰੋਟੀ ਲਈ, ਆਪਣੀ ਸੋਭਾ ਲਈ। ਪਰਮੇਸ਼ਰ ਕਹਿੰਦਾ ਮੈਨੂੰ ਮਨਜ਼ੂਰ ਨਹੀਂ, ਰੋਈ ਜਾਣ। ਉਹ ਰੋਂਦੇ ਆ, ਉਹ ਗਾਉਂਦੇ ਨਹੀਂ, ਉਹ ਰੋਂਦੇ ਆ। ਤੇ ਜਿਹੜੇ ਮੇਰੇ ਪ੍ਰੇਮ 'ਚ ਹੰਝੂ ਕਿਰਦੇ ਆ, ਪ੍ਰੇਮ ਦਾ ਮੀਂਹ ਬਾਰਿਸ਼ ਮੋਲੇ ਧਾਰ, ਜਿਨ੍ਹਾਂ ਨੂੰ ਲਾਲੀਆਂ ਚੜ੍ਹਦੀਆਂ ਆ ਤੇ ਹੰਝੂਆਂ ਦੇ ਨਾਲ ਪਕਾਰਦੇ ਆ, ਉਹ ਮੇਰਾ ਮੀਂਹ ਉਹਨਾਂ ਉੱਤੇ ਪੈਂਦਾ ਆ। ਬਿਨਾਂ ਲਾਲਚ, ਬਿਨਾਂ ਕਿਸੇ ਮਤਲਬ ਦੇ ਆਸ਼ੀਰਵਾਦਾਂ ਸਭ ਨੂੰ ਦਿੰਦੇ ਆ, ਔਰ ਕਿਸੇ ਦਾ ਬੁਰਾ ਨਹੀਂ ਸੋਚਦੇ, ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਕਿਉਂਕਿ ਸਾਰੇ ਹੀ ਸਾਡੇ ਨਾਲੋਂ ਚੰਗੇ ਆ। ਪਰਮੇਸ਼ਰ ਦੇ ਦਾਸ ਜਦ ਮੂੰਹ ਖੋਲਣ, ਖੁਸ਼ਖਬਰੀ ਦੇ ਭੇਦਾਂ ਨੂੰ ਖੋਲਣ, ਸਭ ਕੁਛ ਭੁੱਲ ਜਾਵੇ, ਇੱਕੋ ਤੂੰ ਚੇਤੇ ਆਵੇਂ। ਬਸ ਇਹੋ ਮੇਰੀ ਬੇਨਤੀ ਸਰਬੱਤ ਦੇ ਅੱਗੇ ਸਾਰੇ ਸਰੋਤਿਆਂ ਲਈ, ਜਿੰਨੇ ਸਰੋਤੇ ਸੁਣਨ, ਐਸੇ ਤਰ੍ਹਾਂ ਇੰਨਾ ਭਿੱਜ ਜਾਣ, ਅੰਸੂ ਅੱਖਾਂ 'ਚੋਂ ਵਗਣ, ਪਰਮੇਸ਼ਰ ਦਾ ਮੀਂਹ ਵਰੇ। ਇਹ ਆ ਪਰਮੇਸ਼ਰ ਦਾ ਮੀਂਹ, ਜ਼ੋਰ ਦਾ ਮੀਂਹ। ਹਾਲੇਲੂਇਆ, ਹਾਲੇਲੂਇਆ। ਤੋ ਆਪਾਂ ਇਹਨੂੰ ਸ਼ੁਰੂਆਤ ਕਰਕੇ ਆਪਾਂ ਇਸ ਲੱਗਦਾ ਆ ਕਿ ਇਸ ਗੀਤ ਨੂੰ ਅੱਜ ਹਾਫ ਐਨ ਆਵਰ ਲੱਗ ਜਾਊਗਾ ਆਨੰਦ ਨਾਲ ਕਰਨ ਦੇ ਲਈ, ਤੇ 17 ਮਿੰਟ ਹੋ ਰੈਡੀ ਹੋ ਗਏ ਆ। ਆਪਾਂ ਪਰਮੇਸ਼ਰ ਦਾ ਉਹਨਾਂ ਚਿਕਰ ਕੋਈ ਹੋਰ ਨਾਲ ਬਚਨ ਕਰਕੇ ਫਿਰ ਆਪਾਂ ਗੀਤ ਸ਼ੁਰੂ ਕਰਦੇ ਹਾਂ। ਆਪਾਂ ਸਟਾਰਟਿੰਗ ਜਿਹੜੀ ਐਂਡ ਤੇ ਗੱਲ ਕਰਨੀ ਆ, ਉਹ ਪਹਿਲਾਂ ਦੱਸ ਦਿੰਦੇ ਆ ਕਿ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਜਿਹੜੇ ਅੱਜ ਪਰਮੇਸ਼ਰ ਨੇ ਹੋਰ ਨਵੇਂ ਅਰਥ ਦਿੱਤੇ ਨਾ, ਉਹ ਕਿਉਂ ਦਿੱਤੇ? ਪਰਮੇਸ਼ਰ ਜੀ ਕਹਿੰਦੇ, ਮੈਨੂੰ ਸੁਣੋ, ਬਾਈਬਲ ਦੇ ਵਿੱਚ ਲਿਖਿਆ ਬਚਨ, ਇਹ ਵੀ ਬਚਨ ਬਾਈਬਲ ਦੇ ਵਿੱਚ ਲਿਖਿਆ। ਆਪਾਂ ਜਾਣੇ ਫਿਲਪੀਸੀਆ 2 ਦੇ ਵਿੱਚ ਆਪਾਂ 5 ਆਇਤ ਤੋਂ ਪੜ੍ਹਦੇ ਹਾਂ। 5 ਤੋਂ ਜ਼ਿਆਦਾ ਅਰਥ ਨਹੀਂ, ਡੀਪ ਵੱਲ ਜਾਵਾਂਗੇ ਕਿਉਂਕਿ ਅੱਧਾ ਘੰਟਾ ਹੋ ਜਾਣਾ ਆ। ਥੋੜੇ ਜਿਹੇ ਟਾਈਮ ਨਾਲ ਮੇਨ ਗੱਲ ਆਪਾਂ ਕਰਾਂਗੇ ਇਸ ਗੀਤ ਦੇ ਬਾਰੇ ਦੇ ਵਿੱਚ। ਉਹ ਪਰਮੇਸ਼ਰ ਜੀ ਕੀ ਕਹਿੰਦੇ ਆ, ਪਿਆਰ ਨਾਲ ਸਰਵਣ ਕਰੋ, ਕੰਨਾਂ ਨੂੰ ਕਟੋਰੇ ਬਣਾ ਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਹਾਡੇ ਪਰਮੇਸ਼ਰ ਜੀ ਕਹਿੰਦੇ ਆ, ਤੁਹਾਡੇ ਉਹ ਸੁਭਾਅ ਹੋਣ ਜੋ ਮਸੀਹ ਯਿਸੂ ਜੀ ਦਾ ਸੀ। ਉਹ ਸੁਭਾਅ ਹੋਣ। ਕੀ ਸੀ ਸੁਭਾਅ ਪ੍ਰਭੂ ਦਾ? ਸਾਰਿਆਂ ਨੂੰ ਪਤਾ। ਆਪਣੇ ਆਪ ਨੂੰ ਹੱਥਾਂ ਪੈਰਾਂ 'ਚ ਕਿੱਲ ਠਕਵਾ ਕੇ, ਦਾੜੀ ਪਟਵਾ ਕੇ, ਮੂੰਹ ਛਤਕਾ ਕੇ, ਬੱਕੀ ਛੁਰਾ ਮਰਵਾ ਕੇ, ਜਾਣਦੇ ਹੋਏ 3 ਲੋਕ ਹਥਿਆਲੀ ਤੇ ਆਗਿਆਕਾਰੀ ਕਰਨ ਲਈ ਖੜੇ ਆ, ਪਰ ਉਹ ਬੱਕਰੇ ਦੀ ਤਰ੍ਹਾਂ ਕੋਇਆ ਗਿਆ ਔਰ ਨਹੀਂ ਬੋਲਿਆ, ਕਿਉਂਕਿ ਪਰਮੇਸ਼ਰ ਦਾ ਪੁੱਤਰ ਬਣ ਕੇ ਆਇਆ ਤੇ ਉਹਦੇ ਵਿੱਚ ਕੋਈ ਪਰਮੇਸ਼ਰ ਦੇ ਅੱਗੇ ਪੁੱਤਰ ਹੁਕਮ ਅਦੁੱਲੀ ਨਹੀਂ ਕਰ ਸਕਦਾ। ਜੋ ਪਰਮੇਸ਼ਰ ਦੇ ਭਾਣੇ ਉਹਨੂੰ ਮਨਜ਼ੂਰ ਕਰਦਾ ਆ।
ਸਾਡੇ ਲਈ, ਸਾਡੇ ਵਾਸਤੇ, ਜਿਹੜਾ ਆਦਮ ਤੇ ਹਵਾ ਤੋਂ ਪਾਪ ਹੋਇਆ ਔਰ ਸਾਨੂੰ ਭੁਗਤਣਾ ਪਿਆ ਅੱਜ ਤੱਕ, ਤੇ ਅਸੀਂ ਉਹ ਸਾਡਾ ਪਾਪ ਲਾਉਣ ਦੇ ਲਈ ਲੱਥਦਾ ਕਿਹਨਾਂ ਦਾ ਆ? ਜਿਹੜੇ ਪ੍ਰਭੂ ਯਿਸੂ ਮਸੀਹ ਦੇ ਸੁਭਾਅ ਤੇ ਚੱਲਦੇ ਆ, ਜਿਹੜੇ ਪ੍ਰੇਮ ਕਰਦੇ ਆ, ਮੰਨਦੇ ਆ, ਯਕੀਨ ਮੰਨਦੇ ਆ, ਗੱਲਾਂ ਨਾਲ ਨਹੀਂ, ਗੱਲਾਂ ਨਾਲ ਨਹੀਂ। ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਗੱਲੀ ਸੌ ਨਾ ਪਾਈਏ, ਗੱਲਾਂ ਨਾਲ ਨਹੀਂ ਪ੍ਰਭੂ ਰੀਝਦਾ ਕਦੀ ਵੀ। ਜੇ ਤੇਰੇ ਅੰਦਰੋਂ ਉਹ ਖਿੱਚ ਤੇ ਉਹ ਤੜਫ ਨਹੀਂ ਹੈਗੀ। ਤੋ ਪਰਮੇਸ਼ਰ ਦਾ ਸੁਭਾਅ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ, ਕਿ ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਬਣਿਆ। 3 ਲੋਕ ਹਥਿਆਲੀ ਤੇ ਆ, ਹੁਕਮ ਵਿੱਚ ਖੜੇ ਆ, ਕਿਉਂਕਿ ਪਿਤਾ ਹੀ ਪੁੱਤਰ ਬਣ ਕੇ ਆਇਆ ਆ, ਪਰ ਭੇਦ ਕਿਸੇ ਨੂੰ ਨਹੀਂ ਦਿੱਤਾ। ਤਾਂ ਹੀ ਤੇ ਪਰਮੇਸ਼ਰ ਨੇ ਇਹਨਾਂ ਦੁੱਖ ਜਿਹੜੇ ਸਤਾਉਣ ਵਾਲੇ ਸੀ ਉਹਨਾਂ ਦਾ ਸਹਿ ਲਿਆ, ਜਿਹੜੇ ਕੱਖ ਨਹੀਂ ਜਾਣਦੇ ਸੀ, ਆਪਣੇ ਆਪ ਨੂੰ ਗਿਆਨੀ ਜਾਣਦੇ ਸੀਗੇ, ਆਪਣੇ ਆਪ ਨੂੰ ਬਹੁਤ ਵੱਡਾ ਕਹਿੰਦੇ ਸੀ। ਤੇ ਕੀ ਸੀ? ਤੇ ਇਹ ਪਰਮੇਸ਼ਰ ਦਾ ਪੁੱਤਰ ਕਿਉਂ ਆਪਣੇ ਆਪ ਨੂੰ ਕਹਿੰਦਾ ਆ? ਐਸੇ ਗੱਲ ਤੋਂ, ਇਹ ਤਾਂ ਪਰਮੇਸ਼ਰ ਨੇ ਆਪਣਾ ਕਾਰਨ ਬਣਾਇਆ ਸੀ, ਸਾਡੇ ਪਾਪਾਂ ਨੂੰ ਧੋਣਾ ਸੀ, ਏਦਾਂ ਹੀ ਧੋਣਾ ਸੀ। ਸੌਖਾ ਕੰਮ ਨਹੀਂ ਸੀ ਇਹ ਧੋਣ ਲਈ ਰੱਖਿਆ ਗਿਆ ਪਰਮੇਸ਼ਰ ਨੂੰ, ਸਾਨੂੰ ਆਪਣੇ ਖੂਨ ਨਾਲ ਧੋਣਾ ਸੀ। ਤੋ ਪਰਮੇਸ਼ਰ ਦੇ ਸਰੂਪ ਨੇ ਹੋ ਕੇ ਪਰਮੇਸ਼ਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਅਸੀਂ ਤੇ ਕਹਿੰਦੇ ਆ ਦਾਸ ਕੋਈ ਦੂਰ ਦੀ ਗੱਲ ਆ, ਸਾਡੇ ਨਾਵਾਂ ਨਾਲ ਤਾਂ ਵੱਡੇ ਵੱਡੇ ਨਾਂ ਜੁੜ ਜਾਣ ਛੇਤੀ ਛੇਤੀ, ਭਾਵੇਂ ਸਾਨੂੰ ਨਾ ਖਰੀਦਣੇ ਪੈਣ ਪੈਸੇ ਦੇ ਕੇ ਨਾ, ਪਰ ਜੁੜ ਜਾਣ ਛੇਤੀ। ਸਾਨੂੰ ਲੋਕੀ ਬਹੁਤ ਵੱਡਾ ਅਹੁਦਾ ਕਹਿ ਕੇ ਬੁਲਾਉਣ, ਦਾਸ ਦਾ ਰੂਪ, ਨੌਕਰ ਦਾ ਰੂਪ, ਮਨੁੱਖ ਦਾ ਰੂਪ, ਇੱਕ ਮਨੁੱਖ ਇੱਕ ਦਾਸ, ਆਗਿਆਕਾਰੀ ਦਾਸ, ਆਪਣੇ ਆਪ ਨੂੰ ਦਾਸ ਦਾ, ਹਾਲੇਲੂਇਆ, ਸਗੋਂ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰੀ ਬਣਿਆ, ਆਗਿਆਕਾਰੀ ਬਣਿਆ। ਉਜਰ ਨਹੀਂ ਕੀਤਾ, ਉਜਰ ਨਹੀਂ ਕੀਤਾ। ਮੌਤ ਸੀਹੇ ਵਾਲੀ ਮੌਤ ਕਿਲ ਠੋਕੇ ਗਏ, ਕੰਡਿਆਂ ਦਾ ਤਾਜ ਪਹਿਨਿਆ, ਪਹਿਨਾ ਦਿੱਤਾ, ਟਿਚਰਾਂ, ਮਖੌਲ, ਕਿ ਤੂੰ ਕਹਿੰਦਾ ਸੀ 3 ਦਿਨਾਂ ਵਿੱਚ ਮੈਂ ਹੈਕਲ ਢਾਹ ਕੇ ਬਣਾਉਂਗਾ, ਉਹ ਤੂੰ ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕਿਆ। ਉਹ ਨਹੀਂ ਸੀ ਜਾਣਦੇ ਕਿ 3 ਦਿਨਾਂ 'ਚ ਹੈਕਲ ਹੁਣ ਬਣਨ ਲੱਗੀ ਆ। ਪ੍ਰਭੂ ਨੇ ਤੀਜੇ ਦਿਨ ਜੀ ਉੱਠਣਾ। ਪ੍ਰਭੂ ਇਸ ਹੈਕਲ ਦੀ ਗੱਲ ਕਰਦਾ ਸੀ ਕਿ ਸਦਾ ਲਈ ਹੈਕਲ ਜਿਹੜੀ ਬਣਨੀ ਆ, ਉਹ ਤੀਜੇ ਦਿਨ ਜੀ ਉੱਠਣ ਦੀ ਹੈਕਲ ਬਣਨੀ ਆ, ਨਾ ਕਿ ਦੁਨਿਆਵੀ ਇੱਟਾਂ ਦੀ, ਪੱਥਰਾਂ ਦੀ। ਪ੍ਰਭੂ ਦਾ ਇਹਨਾਂ ਹੈਕਲਾਂ ਨਾਲ ਕੋਈ ਮਤਲਬ ਨਹੀਂ। ਪ੍ਰਭੂ ਇਸ ਹੈਕਲ ਵਿੱਚ ਰਹਿੰਦਾ ਆ। ਇਹ ਹੈਕਲ ਉਸਾਰੀ ਪ੍ਰਭੂ ਨੇ ਤੀਜੇ ਦਿਨ ਜੀ ਉੱਠਣ ਵਾਲੀ। ਪ੍ਰਭੂ ਆਪਣੇ ਉਸ ਹੈਕਲ ਨੂੰ ਬਣਾ ਰਿਹਾ ਆ, ਤੇ ਉਹ ਜਿਹੜੇ ਅੰਨੇ ਬੋਲੇ ਟਿਚਰਾਂ ਕਰ ਰਹੇ ਆ ਕਿ ਤੂੰ ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕਦਾ, ਤੇ ਤੂੰ ਕਹਿੰਦਾ ਸੀ ਕਿ ਮੈਂ 3 ਦਿਨਾਂ ਵਿੱਚ ਹੈਕਲ ਨੂੰ ਢਾਹੋਗੇ ਤਾਂ ਮੈਂ ਹੈਕਲ ਬਣਾ ਦਊਂਗਾ। ਇੰਨਿਆਂ ਸਾਲਾਂ ਵਿੱਚ ਜਾ ਕੇ ਹੈਕਲ ਬਣੀ ਸੀ, ਇੰਨਾ ਇੱਟ ਪੱਥਰ, ਇੰਨਾ ਪੈਸਾ ਲੱਗਾ, ਤੂੰ 3 ਦਿਨਾਂ 'ਚ ਬਣਾ ਦੇਂਗਾ। ਉਹ ਪਰਮੇਸ਼ਰ ਗੁੱਝੇ ਭੇਦਾਂ ਨੂੰ ਉਹਨਾਂ ਦੇ ਅੱਗੇ ਨਹੀਂ ਖੋਲਦਾ। ਪਰਮੇਸ਼ਰ ਭੇਦਾਂ ਵਿੱਚ ਗੱਲ ਕਰਦਾ ਹੈ। ਤੇ ਤੀਜੇ ਦਿਨ ਜੀ ਉੱਠਿਆ, ਉਦੋਂ ਹੈਕਲ ਬਣਨੀ। ਅੱਜ ਹੈਕਲ ਉਹ ਬਣੀ ਹੋਈ ਪਰਮੇਸ਼ਰ ਦੀ, ਕੋਈ ਢਾਹ ਨਹੀਂ ਸਕਦਾ। ਕਰੋੜਾਂ ਹੀ ਕਰੋੜਾਂ ਉਸ ਹੈਕਲ ਦੇ ਵਿੱਚ
कमरे आ जिन्हां दे नाम दे उत्पर प्रकारे जाते हैं, जिदे साडे नाम रखे गए। असी परमेश्वर दे कमरे हैं, असी परमेश्वर दा घर हैं। हालेलुया। तो परमेश्वर मनुख की शक्ल विच प्रगट होके अपने आप नूं नीवियां कीता ते मौत ताईं, सगों सलीब दी मौत ताईं आग्याकारी बनिया। इस कारण परमेश्वर ने भी उस नूं अत उचिया कीता अते उस नूं ओ नाम दिता जिहड़ा सबना नामां तो उत्तम है। भई जस्सू दा नाम लैके आकाश उतलियां ਅਤੇ ਧਰਤੀ ਦੇ ਉੱਪਰਲੀਆਂ ਅਤੇ ਧਰਤੀ ਦੇ ਹੇਠਲੀਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ, ਹਰ ਗੋਡਾ ਨਿਵਾਇਆ ਜਾਵੇ ਤੇ ਹਰ ਜ਼ਬਾਨ ਪਰਮੇਸ਼ਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਹੀ ਪ੍ਰਭੂ ਹੈ। परमेश्वर आप आया रूप धार के, अपना नाम उन्हें जस्सू रखाया, साडे लई उन्हें दुख सहे। शहीद होण नहीं आया, ना शहीदी पाई, सिर्फ सानू लहू नाल धोण लई, पापियां नू तारन लई आया, ना कि धर्म नू धर्मियां दी रक्षा करन लई आया। धर्मी तां उहदे गोद च अगे ही आ, पापियां नू कड्ढण दे लई आया, दुष्टां नू कड्ढण लई आया, दुराचारां नू कड्ढण दे लई आया। कौन है जिहड़ा दुराचारां नू, जिन्ने भी युद्ध होए, जिन्ने भी प्रभु दे भेजे हुए दास आए आ, बहुत आए आ, सारे जिन्हें युद्ध लड़े और युद्धां दे विच धर्मियां नू बचाया और पाप दा नाश कीता। और इत्थे प्रभु ने पापियां नू तारिया। धर्मी तो उहदा कहंदा है ही है, प्रभु ने पापियां नू तारिया, पापियां उत्ते किरपा कीती आ। हुण तुसीं देखो वध तो वध लोग जिहड़े आ अज्ञानी वड्डे वड्डे काम कर रहे प्रभु दे नाम दे विच। अज्ञानी जिन्हां नूं ज्ञान दा एक अक्खर भी नहीं सी पता, जिहड़े पूरे लफंगपुणे दे विच सीगे, शराबां पींदे सी, जरदे खांदे सी, लड़ाइयां करदे सी, फसाद करदे सी, झगड़े करदे सी। उन्हां लोकां नूं प्रभु ने आण के धर्म दी लैन विच खड़े कर दिता। चाहो तुहानूं बचाया, तुसीं दूजिआं नूं बचाओ। किन्नियां कदे नां लै सकदे आ, तुसीं यूट्यूब ते कड्ढ के देखी जाओ प्यारिओ, कड्ढो यूट्यूब ते पास्टरां दे नां, देखो किड्डे किड्डे काम हो रहे। ये गल वखरी आ कि ਉਹ प्रभु कोलों लैके किस ढंग नाल वंडदे आ, सच्ची मुची प्रभु दा करके वंडदे आ जां कि प्रभु कोलों लै लिया ते हुण अपना नां वड्डा करदे, ਉਹ ਉਹਨਾਂ ਦੀ मर्जी। आपां नूं ਉਹਦੇ ਨਾਲ कोई मतलब नहीं। परमेश्वर कहंदा तू किसे नूं ना नाप, इन्हां गल्लां दे पिछे ना पै। ਉਹ माड़ा ਉਹ माड़ा ਉਹ माड़ा, जो करदे आ ना ਉਹ वाधू करदे आ, उन्हां नूं परमेश्वर देखदा है, परमेश्वर देखदा। धन्नवाद प्रभु तेरा, धन्नवाद धन्नवाद तेरा, धन्नवाद। इस तरह तिन्ना लोकां दा वाली है परमेश्वर, धरती ते आकाश ते धरती दे मिडल विच कोई भी ऐसी चीज नहीं जिहड़ी प्रभु यस्सू दे अधीन नहीं कीती होवे परमेश्वर ने। ते वाहिगुरू ने अपने जदों परमेश्वर गड्डिया गया धरती च, जदों प्रभु नूं किल ठोक के खून निचोड़ दिता, ते उदों परमेश्वर ने जदों अपनी स्पिरिट दे विचों निकलिया, अपनी देह दे विचों, ते तिन्नां लोकां दे वाली ने जिहड़ा पिता आ, जिहड़ा शक्ल विच प्रगट नहीं हो सकदा, वो यस्सू मसीह च प्रगट होया सी। वो आपे आप सी, कोई दूजा नहीं। ते अपने ही सज्जे हथ वाहिगुरू ने यस्सू मसीह दे नाम नूं बिठा लिया। कारण इन्ना आ कि जदों असी डॉक्टर कोलों कोई दवाई लैने आ ते जिस डॉक्टर ते साडा यकीन ना होवे, सानूं आराम भी नहीं आउंदा। जिस डॉक्टर ते साडा यकीन है ना, सानूं ओहदी भावें दवाई घटिया भी होवे तां भी सानूं लगदी है, क्योंकि साडे यकीन आ।
ਪ੍ਰਭੂ ਹਵਾ ਵਿੱਚੋਂ ਹੁਣ ਸਾਨੂੰ ਯਕੀਨ ਕਿੱਦਾਂ ਦਵਾਵੇ? ਪ੍ਰਭੂ ਨੂੰ ਰੂਪ ਧਾਰਨ ਕਰਨਾ ਪਿਆ ਯਿਸੂ ਮਸੀਹ ਦਾ, ਤੇ ਯਿਸੂ ਮਸੀਹ ਨੇ ਰੂਪ ਪਵਿੱਤਰ ਆਤਮਾ ਦਾ ਧਾਰਨ ਕਰਕੇ ਫਿਰ ਸਾਨੂੰ ਦਿੱਤਾ। ਇਹ ਵੀ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਹੁਕਮ ਦਿੱਤਾ, ਜਿਹੜਾ ਪਵਿੱਤਰ ਆਤਮਾ ਅੱਜ ਸਾਡੇ ਸਰੀਰਾਂ ਦੇ ਵਿੱਚ ਕੰਮ ਕਰਦਾ ਆ ਤੇ ਵੱਡੇ ਵੱਡੇ ਕੰਮ ਕਰਦਾ ਆ। ਪ੍ਰਭੂ ਦਾ ਭੋਜਨ ਸਚਾਈ ਤੇ ਪ੍ਰੇਮ ਨੂੰ ਵੰਡਦਾ ਆ, ਦੁੱਖਾਂ ਕਲੇਸ਼ਾਂ ਵਿੱਚੋਂ ਕੱਢਦਾ ਆ, ਭੂਤਾਂ ਨੂੰ ਭਜਾਉਂਦਾ ਆ। ਇਹ ਸਚਾਈ ਆ। ਕਿਹਦੇ ਨਾਂ 'ਚ ਭੂਤ ਭੱਜਦੇ ਆ? ਓਨਲੀ ਯਿਸੂ ਮਸੀਹ ਦੇ ਨਾਮ 'ਚ, ਹੋਰ ਕਿਸੇ ਦੇ ਨਾਮ 'ਚ ਨਹੀਂ। ਡਰਦੇ ਆ ਭੂਤ ਜਦੋਂ ਕਿਹਾ ਜਾਵੇ ਯਿਸੂ ਮਸੀਹ ਦੇ ਨਾਮ 'ਚ ਨਿਕਲ ਜਾ, ਇਸ ਸਰੀਰ ਨੂੰ ਛੱਡ ਕੇ ਗੈਟ ਆਊਟ ਹੋ ਜਾ। ਭੂਤ ਉਦੋਂ ਡਰਦੇ ਆ, ਹੋਰ ਕਿਸੇ ਦੇ ਨਾਂ 'ਚ ਨਹੀਂ ਡਰਦੇ। ਇੱਥੇ ਯਿਸੂ ਮਸੀਹ ਦਾ ਹੀ ਨਾਮ ਪ੍ਰਗਟ ਕੀਤਾ ਜਾਂਦਾ ਹੈ। ਤੇ ਇੱਥੇ ਹੁਣ ਹੋ ਗਿਆ 31 ਮਿੰਟ। ਹੁਣ ਇਹਦੇ ਨਾਲ ਚੱਲੂਗਾ ਗੀਤ। ਹੁਣ ਆਪਾਂ ਉਸ ਗੀਤ ਨੂੰ ਥੋੜਾ ਜਿਹਾ ਕੱਲ ਵਾਲਾ ਆ, ਬਾਕੀ ਥੋੜਾ ਜਿਹਾ ਅੱਜ ਵਾਲਾ ਆ, ਤੇ ਪਰਮੇਸ਼ਰ ਦੇ ਦੂਤ ਗਾਉਣਗੇ, ਬੋਲਣਗੇ, ਮੀਂਹ ਵਰੂਗਾ, ਧੰਨਵਾਦ ਕਰਾਂਗੇ, ਫਸਲ ਸਿੰਜੀ ਜਾਊਗੀ। ਮੀਂਹ ਵਰੂਗਾ, ਕਿਹੜਾ ਮੀਂਹ? ਪ੍ਰੇਮ ਦਾ, ਹੰਝੂਆਂ ਦਾ। ਇਹ ਆ ਪਰਮੇਸ਼ਰ ਦਾ ਮੀਂਹ। ਹਾਲੇਲੂਇਆ, ਆਮੀਨ, ਆਮੀਨ। ਪਰਮੇਸ਼ਰ ਜਿਹੜੇ ਵੀ ਬਚਨ ਨੂੰ ਯਾਦ ਨਹੀਂ ਭੁੱਲਣਾ। ਹੁਣ ਇਹ ਹੈਗਾ ਨੰਬਰ ਪਹਿਲਾ, ਤੇ ਹੁਣ ਦੂਜੇ ਦੇ ਵਿੱਚ ਗੀਤ। ਉਹਨੂੰ ਆਨੰਦ ਨਾਲ ਆਪਾਂ ਸਾਰਿਆਂ ਨੇ ਗਾਉਣਾ, ਤੇ ਆਪਾਂ ਆਪਣੀਆਂ ਵਾੜਾਂ ਨੂੰ, ਵੱਟਾਂ ਨੂੰ ਤਕੜੀਆਂ ਕਰ ਲੈਣਾ। ਆਲਸੀ ਕਿਸਾਨ ਜਿਹੜਾ ਹੈ ਨਾ, ਉਹ ਸੌਂ ਜਾਂਦਾ ਮੀਂਹ ਪੈਣ ਲੱਗੇ ਤੇ ਹੁਣ ਸਰੋਤਿਓ ਤੁਸੀਂ ਕਿਤੇ ਸੌਂ ਨਾ ਜਾਓ, ਇਹਨਾਂ ਲਫ਼ਜ਼ਾਂ ਨੂੰ ਸੁਣ ਕੇ ਤੇ ਗੀਤ ਤੱਕ ਜਾਓ ਨਾ। ਹੁਣ ਦੂਜੇ ਨੰਬਰ ਵਿੱਚ ਗੀਤ ਆਉਣ ਲੱਗਾ ਆ। ਯਿਸੂ ਨਾਸਰੀ ਦੇ ਪਿਤਾ ਤੇਰਾ ਸ਼ੁਕਰ ਕਰਦੇ, ਤੇਰਾ ਧੰਨਵਾਦ ਕਰਦੇ। ਆਮੀਨ, 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 ਆਮੀਨ।